ਡੀਅਰ ਸਟੂਡੈਂਟਸ, ਬੇਸਿਕਸ ਆਫ ਮੈਨੇਜਮੈਂਟ ਜੋ ਕਿ 6 ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਆਪਾਂ ਚੈਪਟਰ ਮੈਨੇਜਮੈਂਟ ਸਕੋਪ ਇਨ ਡਿਫਰੈਂਟ ਏਰੀਆਜ਼ ਉਹ ਡਿਸਕਸ ਕਰ ਰਹੇ ਸੀ। ਪਹਿਲਾਂ ਆਪਾਂ ਹਿਊਮਨ ਰਿਸੋਰਸ ਮੈਨੇਜਮੈਂਟ ਅਤੇ ਉਸ ਤੋਂ ਬਾਅਦ ਮਟੀਰੀਅਲ ਐਂਡ ਸਟੋਰ ਮੈਨੇਜਮੈਂਟ ਬਾਰੇ ਪੜ੍ਹਿਆ। ਹੁਣ ਆਪਾਂ ਇਸ ਦਾ ਟੌਪਿਕ ਮਾਰਕੀਟਿੰਗ ਐਂਡ ਸੇਲਸ ਮੈਨੇਜਮੈਂਟ ਇਹ ਸ਼ੁਰੂ ਕੀਤਾ ਸੀ। ਉਸੇ ਦੇ ਵਿੱਚ ਹੀ ਉਸੇ ਟੌਪਿਕ ਦੇ ਅੰਦਰ ਹੀ ਅਗਲੇ ਸਬ ਟੌਪਿਕ ਸੇਲਸ ਪ੍ਰਮੋਸ਼ਨ ਅਤੇ ਮਾਰਕੀਟ ਸਰਵੇ ਉਹ ਅੱਜ ਆਪਾਂ ਡਿਸਕਸ ਕਰਾਂਗੇ। ਸੇਲਸ ਪ੍ਰਮੋਸ਼ਨ ਜੋ ਹੈ ਉਹ ਪ੍ਰਮੋਸ਼ਨਲ ਮਿਕਸ ਜਿਹੜੇ ਆਸਪੈਕਟਸ ਨੇ ਉਹਨਾਂ ਦਾ ਇੱਕ ਆਸਪੈਕਟ ਹੈ। ਦੂਜੇ ਬਾਕੀ ਦੇ ਜਿਹੜੇ ਆਸਪੈਕਟਸ ਨੇ ਐਡਵਰਟਾਈਜ਼ਿੰਗ, ਪਰਸਨਲ ਸੈਲਿੰਗ, ਪਬਲਿਸਿਟੀ ਜਿਨ੍ਹਾਂ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ। ਸੇਲ ਪ੍ਰਮੋਸ਼ਨ ਉਸ ਦਾ ਅਗਲਾ ਇੱਕ ਆਸਪੈਕਟ ਹੈ ਪ੍ਰਮੋਸ਼ਨਲ ਮਿਕਸ ਦਾ। ਇਸ ਦੇ ਵਿੱਚ ਆਪਾਂ ਕੰਟੈਸਟ ਕਰਾ ਸਕਦੇ ਹਾਂ। ਪੁਆਇੰਟ ਆਫ ਪਰਚੇਜ ਡਿਸਪਲੇਜ਼ ਉਹ ਇੱਥੇ ਆਪਾਂ ਨਿਰਧਾਰਿਤ ਕਰਕੇ ਉੱਥੇ ਰੱਖ ਸਕਦੇ ਹਾਂ। ਕੋਈ ਰਿਬੇਟ ਦੇ ਕੇ ਆਪਣੀ ਚੀਜ਼ ਨੂੰ ਵੇਚਣ ਵਿੱਚ ਆਪਾਂ ਜਲਦੀ ਵਿਕ ਜਾਏ ਜਾਂ ਜ਼ਿਆਦਾ ਵਿਕ ਜਾਏ ਇਹ ਕਰ ਸਕਦੇ ਹਾਂ। ਫ੍ਰੀ ਆਫਰਿੰਗ ਦੇ ਸਕਦੇ ਹਾਂ ਆਪਣੀ ਪ੍ਰੋਡਕਟ ਦੇ ਉੱਪਰ, ਜਿਵੇਂ ਕਈ ਵਾਰੀ ਕੋਈ ਸਿੱਕਾ ਦਿਆਂਗੇ ਜੀ, ਕੋਈ ਅਸੀਂ ਟਰੈਵਲ ਦੇ ਦਾਂਗੇ ਤੁਹਾਨੂੰ, ਜਾਂ ਤੁਸੀਂ ਆਹ ਚੀਜ਼ ਕਰੋਗੇ ਤੁਹਾਡਾ ਆਹ ਪੁਆਇੰਟ ਆ ਗਿਆ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਚੀਜ਼ ਦਿੱਤੇ। ਮੇਨ ਇਸ ਦਾ ਕੰਮ ਹੈਗਾ ਸੇਲਸ ਪ੍ਰਮੋਸ਼ਨ, ਕਿ ਜਿਹੜੀ ਪ੍ਰੋਡਕਟ ਬਣੀ ਹੈ ਉਹ ਜਲਦੀ ਵਿਕੇ ਅਤੇ ਜ਼ਿਆਦਾ ਵਿਕੇ। ਸੇਲਸ ਪ੍ਰਮੋਸ਼ਨ ਦੀਆਂ ਬਹੁਤ ਸਾਰੀਆਂ ਟੈਕਨੀਕਸ ਹੈ ਜਿਹੜੀਆਂ ਸਮੇਂ-ਸਮੇਂ 'ਤੇ ਮੌਕੇ ਮੁਤਾਬਕ ਲਾਗੂ ਕੀਤੀਆਂ ਜਾ ਸਕਦੀਆਂ। ਪ੍ਰਾਈਜ਼ ਡੀਲ, ਇੱਕ ਟੈਂਪਰੇਰੀ ਤੌਰ 'ਤੇ ਪ੍ਰਾਈਜ਼ ਨੂੰ ਰਿਡਿਊਸ ਕਰ ਦਿੱਤਾ ਜਾਵੇ। ਇਹ ਕਹਿ ਦਿੱਤਾ ਜਾਵੇ ਕਿ ਆਹ ਟਾਈਮ ਜਿਹੜਾ ਹੈਪੀ ਆਵਰ ਹੈ, ਜਿਵੇਂ ਸੇਲ ਲੱਗਦੀ ਹੈ ਉਸੇ ਤਰ੍ਹਾਂ ਇਸ ਟਾਈਮ 'ਚ ਜੇ ਜਾਓਗੇ ਤਾਂ ਤੁਹਾਨੂੰ ਇੰਨੇ % ਜਿਹੜੀ ਇਹ ਚੀਜ਼ ਘੱਟ ਮਿਲੇਗੀ। ਆਮ ਤੌਰ 'ਤੇ ਰੈਸਟੋਰੈਂਟਸ ਦੇ ਜਿਹੜੇ ਟਾਈਮ ਦੇ ਵਿੱਚ ਉਹਨਾਂ ਕੋਲ ਆਰਡਰ ਘੱਟ ਹੁੰਦੇ ਨੇ, ਉਸ ਟਾਈਮ ਨੂੰ ਉਹਨਾਂ ਨੇ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ ਉਸ ਟਾਈਮ 'ਚ ਇੱਕ ਡੀਲ ਦੇ ਦਿੰਦੇ ਨੇ ਕਿ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਜੇ ਆਰਡਰ ਕਰੋਗੇ ਤਾਂ ਤੁਹਾਨੂੰ ਇੰਨਾ ਆਫ ਦੇਵਾਂਗੇ, ਇਸ ਤੋਂ ਅੱਗੇ ਇੰਨਾ ਦੇਵਾਂਗੇ, ਇਸ ਤੋਂ ਅੱਗੇ ਕੋਈ ਆਫ ਨਹੀਂ ਹੋਏਗਾ। ਦੈਨ ਲਾਇਲ ਰਿਵਾਰਡ ਪ੍ਰੋਗਰਾਮ, ਵੀ ਕਸਟਮਰ ਨੂੰ ਕਹਿਤਾ ਕੰਜ਼ਿਊਮਰ ਨੂੰ ਕਿ ਤੁਸੀਂ ਆਪਣੇ ਪੁਆਇੰਟ ਕਲੈਕਟ ਕਰੀ ਜਾਓ, ਵੀ ਇੰਨੀਆਂ ਚੀਜ਼ਾਂ ਖਰੀਦੋਗੇ ਉਹਦੇ ਇੰਨੇ ਕ੍ਰੈਡਿਟ ਹੋ ਜਾਣਗੇ। ਆਮ ਤੌਰ 'ਤੇ ਅੱਜ ਕੱਲ੍ਹ ਜ਼ਿਆਦਾਤਰ ਸ਼ੌਪਸ ਇਹ ਕਰਦੀਆਂ ਕਿ ਤੁਸੀਂ 100 ਰੁਪਏ ਦੀ ਚੀਜ਼ ਖਰੀਦੀ, ਤੁਹਾਡੇ 1 ਜਾਂ 2 ਪੁਆਇੰਟ ਬਣ ਗਏ, ਅਤੇ ਜਦੋਂ ਤੁਹਾਡੇ 100 ਪੁਆਇੰਟ ਇਕੱਠੇ ਹੋ ਗਏ ਜਾਂ 500 ਪੁਆਇੰਟ ਇਕੱਠੇ ਹੋ ਗਏ ਤਾਂ ਤੁਸੀਂ ਉਸ ਦੇ ਬਦਲੇ ਕੋਈ ਚੀਜ਼ ਲੈ ਸਕਦੇ ਹੋ। ਕਈ ਆ ਪੈਪਸੀ ਚਿਪਸ ਹੈ ਜਿਹੜੇ ਇਹ ਵਾਲੀਆਂ ਕੰਪਨੀਜ਼ ਹੈ, ਇਹ ਵੀ ਆਪਣੇ ਰੈਪਰਸ ਤੁਸੀਂ ਇਕੱਠੇ ਕਰਦੇ ਰਹੋ, ਉਹਦੇ 'ਤੇ ਕਈ ਵਾਰੀ ਪੁਆਇੰਟ ਤੁਹਾਨੂੰ ਦਿੰਦੇ ਆ। ਬੱਚੇ ਇਸੇ ਲਾਲਚ ਹੀ ਉਹ ਖਰੀਦਦੇ ਰਹਿੰਦੇ ਆ ਅਤੇ ਖਾਂਦੇ ਰਹਿੰਦੇ ਆ, ਅਤੇ ਨਾਲ ਹੀ ਰੈਪਰ ਇਕੱਠੇ ਕਰਕੇ ਕੋਈ ਪੁਆਇੰਟ ਰਿਵਾਰਡ ਬਣਾ ਕੇ ਉੱਧਰ ਨੂੰ ਚੱਲ ਪੈਂਦੇ ਆ। ਫਿਰ ਰੁਪੀਜ਼ ਆਫ ਡੀਲ, ਇਸ ਦੇ ਵਿੱਚ ਹੈ ਕਿ ਪ੍ਰਾਈਜ਼ ਰਿਡਕਸ਼ਨ ਇੱਕ % ਕਰਤੀ ਪੈਕੇਜ ਦੇ ਉੱਪਰ, ਕਿ ਇੰਨਾ ਜਿਹੜਾ ਹੈ ਅਸੀਂ ਜਿਹੜਾ ਹੈਗਾ, ਜਾਂ ਪ੍ਰਾਈਜ਼ ਪੈਕ ਡੀਲ ਕਰਤਾ ਕਿ ਜਿਹੜਾ ਪੈਕੇਜਿੰਗ ਦੇ ਵਿੱਚ ਜਿਹੜਾ ਹੈਗਾ ਸੇਮ ਪ੍ਰਾਈਜ਼ ਦੇ ਵਿੱਚ 25% ਐਕਸਟਰਾ, 20% ਐਕਸਟਰਾ, 30% ਐਕਸਟਰਾ, ਕਿ ਜਿੱਥੇ 100 ਗ੍ਰਾਮ ਚੀਜ਼ ਮਿਲਣੀ ਹੈ ਉੱਥੇ 125 ਗ੍ਰਾਮ ਮਿਲ ਗਈ ਉਸੇ ਰੇਟ ਦੇ ਵਿੱਚ, ਤਾਂ ਵੀ ਕਸਟਮਰ ਨੂੰ ਅਟਰੈਕਟ ਕਰਦੀ ਹੈ ਅਤੇ ਉਹ ਸੇਲ ਜ਼ਿਆਦਾ ਹੁੰਦੀ ਹੈ। ਕੂਪਨਸ ਦੇ ਦਿੱਤੇ ਜਾਂਦੇ ਨੇ, ਇੱਕ ਸਟੈਂਡਰਡ ਮੈਕੈਨਿਜ਼ਮ ਬਣ ਗਿਆ ਸੇਲਸ ਪ੍ਰਮੋਸ਼ਨ ਦਾ, ਕਿ ਤੁਸੀਂ ਆਹ ਕੂਪਨ ਲੈ ਜਾਓ ਅਤੇ ਤੁਸੀਂ ਉੱਥੇ ਤੁਹਾਨੂੰ ਇੰਨਾ ਡਿਸਕਾਊਂਟ ਮਿਲੇਗਾ। ਇਸ ਤਰ੍ਹਾਂ ਦੇ ਚੀਜ਼ਾਂ ਨਾਲ ਵੀ ਜਿਹੜਾ ਹੈ ਇਹ ਕੀਤਾ ਜਾ ਸਕਦਾ। ਲਾਸ ਲੀਡਰ, ਕਈ ਵਾਰੀ ਕਿਸੇ ਪਾਪੂਲਰ ਪ੍ਰੋਡਕਟ ਜਿਹੜੀ ਹੈ ਕੰਪਨੀ ਦੇ, ਜਿਵੇਂ ਬਹੁਤ ਸਾਰੀਆਂ ਪ੍ਰੋਡਕਟ ਬਣ ਰਹੀਆਂ, ਜਿਹੜੀ ਉਸਦੀ ਇੱਕ ਪਾਪੂਲਰ ਪ੍ਰੋਡਕਟ ਹੈ ਉਸ ਦਾ ਪ੍ਰਾਈਸ ਜਿਹੜਾ ਹੈਗਾ ਉਸ ਨੂੰ ਟੈਂਪਰੇਰੀਲੀ ਘੱਟ ਕਰ ਦਿੱਤਾ ਜਾਂਦਾ ਹੈ, ਤਾਂ ਕਿ ਜਿਹੜਾ ਹੈਗਾ ਜਿਹੜਾ ਅਦਰ ਪ੍ਰੋਫਿਟੇਬਲ ਸੇਲਸ ਨੂੰ ਸਟੀਮੂਲੇਟ ਕਰਨ ਦੇ ਵਾਸਤੇ, ਕਿ ਜਿਹੜਾ ਹੈ ਕਿਤੇ ਹੋਰ ਕੋਈ ਕੰਪਨੀ ਦੀ ਚੀਜ਼ ਜ਼ਿਆਦਾ ਵਿਕ ਰਹੀ ਹੈ ਅਤੇ ਸਾਡੀ ਪ੍ਰੋਡਕਟ ਪਾਪੂਲਰ ਵੀ ਹੈ ਪਰ ਉਹਨਾਂ ਦੇ ਬਰਾਬਰ ਵਿਕ ਰਹੀ ਹੈ, ਅਸੀਂ ਉਹਦਾ ਰੇਟ ਘਟਾ ਦਿੰਦੇ ਹਾਂ ਤਾਂ ਸਾਡੀ ਚੀਜ਼ ਹੋਰ ਜ਼ਿਆਦਾ ਵਿਕਣ ਲੱਗ ਜਾਂਦੀ ਹੈ ਬਾਕੀਆਂ ਦੇ ਮੁਕਾਬਲੇ ਦੇ ਵਿੱਚ। ਫ੍ਰੀ ਸਟੈਂਡਿੰਗ ਇਨਸਰਟ, ਕਈ ਵਾਰੀ ਕਿਸੇ ਅਖਬਾਰ ਦੇ ਵਿੱਚ ਹੀ ਬੁੱਕਲੈਟ, ਕੂਪਨ ਬੁੱਕਲੈਟ ਪਾ ਕੇ ਦੇ ਦਿੱਤੀ। ਕਈ ਵਾਰੀ ਇਹ ਹੁੰਦਾ ਕਿ ਆਹ ਕੂਪਨ ਅਖਬਾਰ ਦਾ ਲੈ ਜਾਓ, ਤੁਹਾਨੂੰ ਆਹ ਚੀਜ਼ ਮਿਲੇਗੀ ਜਾਂ ਇਸ ਚੀਜ਼ 'ਤੇ ਇੰਨਾ ਡਿਸਕਾਊਂਟ ਮਿਲੇਗਾ। ਇਹ ਚੀਜ਼ਾਂ ਵੀ ਬਹੁਤ ਫੇਮਸ ਨੇ ਜਦੋਂ ਕਿਸੇ ਵੀ ਸੇਲਸ ਨੂੰ ਆਪਣੀ ਪ੍ਰਮੋਟ ਕਰਨ ਦੇ ਲਈ। ਜਿਹੜਾ ਉਸ ਤੋਂ ਅੱਗੇ ਹੈ ਔਨਲਾਈਨ ਕੂਪਨਸ, ਵੈਬਸਾਈਟ ਦੇ ਉੱਪਰ ਵੀ ਕੂਪਨ ਦਿੱਤੇ ਜਾਂਦੇ ਹੈ
ਕਿ ਜਾਂ ਕੋਈ ਜਿਹੜਾ ਹੈਗਾ ਇੱਕ ਕੋਡ ਵਰਡ ਦੇ ਦਿੱਤਾ ਜਾਂਦਾ ਕਿ ਆਹ ਅਪਲਾਈ ਕਰੋ, ਆਹ ਕੋਡ ਭਰੋ, ਤੁਹਾਨੂੰ ਇੰਨੀ ਛੋਟ ਮਿਲ ਜੇਗੀ। ਚੈੱਕਆਊਟ ਡਿਸਪੈਂਸਰਸ, ਕਈ ਵਾਰੀ ਜਦੋਂ ਆਪਾਂ ਸਮਾਨ ਲੈ ਕੇ ਬਿੱਲ ਬਣਾਉਂਦੇ ਹਾਂ, ਉੱਥੇ ਵੀ ਕਈ ਵਾਰੀ ਕੂਪਨ ਦੇ ਦਿੱਤਾ ਜਾਂਦਾ ਹੈ ਜਾਂ ਅਮਾਊਂਟ ਦੇ ਮੁਤਾਬਕ ਕੋਈ ਨਾ ਕੋਈ ਪ੍ਰਾਈਜ਼ ਦੇ ਦਿੱਤਾ ਜਾਂਦਾ ਹੈ ਕਿ ਮੰਨ ਲਓ ਤੁਸੀਂ 2000 ਦੀ ਚੀਜ਼ ਖਰੀਦੀ ਹੈ, ਤੁਹਾਨੂੰ ਆਹ ਚੀਜ਼ ਜਿਹੜੀ ਹੈ, ਮੰਨ ਲਓ ਜਿਵੇਂ ਕਿਸੇ ਰਾਸ਼ਨ ਦੀ ਦੁਕਾਨ 'ਤੇ ਚਲੇ ਜਾਂਦੇ ਆ, 2000 ਦਾ ਰਾਸ਼ਨ ਖਰੀਦੋਗੇ, ਤੁਹਾਨੂੰ ਜਿਹੜੀ ਹੈ 5 ਕਿਲੋ ਚੀਨੀ ਜਿਹੜੀ ਹੈ ਉਹ 10 ਰੁਪਏ ਕਿਲੋ ਮਿਲੇਗੀ। ਇੱਕ ਤਰ੍ਹਾਂ ਇਹ ਇੱਕ ਲਾਲਚ ਹੋ ਜਾਂਦਾ ਹੈ ਕਿ ਬੰਦੇ ਨੇ 1500 ਦਾ ਸਮਾਨ ਖਰੀਦਣਾ ਅਤੇ ਚੀਨੀ ਉਹਨੂੰ ਚਾਹੇ ਚਾਹੀਦੀ ਹੈ ਚਾਹੇ ਨਹੀਂ ਚਾਹੀਦੀ, ਉਹ ਜ਼ਰੂਰ ਇਹ ਕਰੇਗਾ ਕਿ 2000 ਤੱਕ ਦੀਆਂ ਆਈਟਮਾਂ ਖਰੀਦੇਗਾ ਅਤੇ ਆਪਣੇ ਇੱਕ ਪੁਆਇੰਟ ਇਕੱਠੇ ਕਰਨ ਦੇ ਲਈ, ਅਤੇ ਤਾਂ ਕਿ ਉਸ ਨੂੰ ਜਿਹੜੀ ਹੈ ਇੱਕ ਆਈਟਮ ਜਿਹੜੀ ਹੈ ਉਹ ਸਸਤੀ ਮਿਲ ਜਾਏ। ਸੋ ਇਹ ਵੀ ਇੱਕ ਕੰਪਨੀਜ਼ ਦੇ ਟੈਕਟ ਨੇ ਸੇਲ ਨੂੰ ਪ੍ਰਮੋਟ ਕਰਨ ਦੇ ਲਈ। ਮੋਬਾਈਲ ਕੂਪਨ, ਮੋਬਾਈਲ ਦੇ ਉੱਪਰ ਡਿਜਿਟ ਆ ਜਾਣਾ, ਕੋਡ ਆ ਜਾਣਾ ਕਿ ਇਸ ਨੂੰ ਯੂਜ ਕਰੋਗੇ ਤੁਹਾਨੂੰ ਜਿਹੜੇ ਹੈ ਕੂਪਨ ਬਣ ਕੇ ਤੁਹਾਨੂੰ ਡਿਸਕਾਊਂਟ ਮਿਲੇਗਾ। ਮਨੀ ਬੈਕ ਆਫਰਸ ਹੈ, ਇਹ ਕਈ ਕੰਪਨੀਜ਼ ਦੇ ਦਿੰਦੀਆਂ ਕਿ ਆਹ ਖਰੀਦੋਗੇ ਤੁਹਾਨੂੰ ਇੰਨੇ % ਵਾਪਸ ਆਏਗਾ। ਕੰਟੈਸਟਸ ਇੱਕ ਬਹੁਤ ਜਿਹੜਾ ਹੈਗਾ ਖਾਸ ਇਹਦਾ ਹੈ ਜਿਹੜਾ ਤਰੀਕਾ ਹੈ ਸੇਲਸ ਪ੍ਰਮੋਸ਼ਨ ਦਾ ਕਿ ਜਦੋਂ ਕਿਸੇ ਕੰਟੈਸਟ ਦੇ ਵਿੱਚ, ਗੇਮ ਦੇ ਵਿੱਚ ਕਿਸੇ ਨੂੰ ਲੈ ਆਈਏ ਤਾਂ ਆਟੋਮੈਟਿਕਲੀ ਉਸ ਜਿਹੜਾ ਹੈਗਾ ਇੱਕ ਚੀਜ਼ ਨੂੰ, ਆਈਟਮ ਨੂੰ ਖਰੀਦਣ ਦੇ ਵਿੱਚ, ਉਸ ਈਵੈਂਟ ਦੇ ਵਿੱਚ ਉਹ ਆਪਣੇ ਆਪ ਸ਼ਾਮਲ ਹੋ ਜਾਂਦਾ ਅਤੇ ਇਸ ਤਰ੍ਹਾਂ ਦੀ ਕਿਸੇ ਗੇਮ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ, ਕੰਟੈਸਟ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਤਾਂ ਇਹ ਜਿਹੜਾ ਹੈ ਸੇਲਸ ਦੀ ਪ੍ਰਮੋਸ਼ਨ ਕਰਨ ਦੇ ਲਈ ਬਹੁਤ ਇੱਕ ਲਾਹੇਵੰਦ ਚੀਜ਼ ਹੁੰਦੀ ਹੈ। ਪੁਆਇੰਟ ਆਫ ਸੇਲ ਡਿਸਪਲੇ, ਇਹ ਬੜੀ ਥਾਵਾਂ 'ਤੇ ਲਗਾਇਆ ਜਾ ਸਕਦਾ ਹੈ ਜਿੱਥੋਂ ਕਿ ਕਸਟਮਰ ਜਦੋਂ ਆ ਰਿਹਾ ਅਤੇ ਉਸ ਨੂੰ ਲੱਗੇ ਕਿ ਇੱਥੇ ਚੀਜ਼ ਹੈ, ਉਸ ਨੂੰ ਜਗ੍ਹਾ ਜਗ੍ਹਾ 'ਤੇ ਉਸ ਨੂੰ ਮਤਲਬ ਕਿ ਇਸ ਤਰ੍ਹਾਂ ਦੀ ਕੋਈ ਅਟਰੈਕਟਿਵ ਚੀਜ਼ਾਂ ਦੇਣੀਆਂ, ਦਿਖਾਉਣੀਆਂ ਕਿ ਉਹ ਪ੍ਰੋਡਕਟ ਦੇ ਵੱਲ ਆਟੋਮੈਟਿਕਲੀ ਅਟਰੈਕਟ ਹੋਵੇ ਅਤੇ ਉਸ ਚੀਜ਼ ਨੂੰ ਖਰੀਦੇ ਅਤੇ ਕੰਪਨੀ ਦੀ ਸੇਲ ਹੈ ਉਹ ਪ੍ਰਮੋਟ ਹੋਵੇ। ਸੇਲਸ ਪ੍ਰਮੋਸ਼ਨ ਟੂਲ, ਜਿਹੜੇ ਅਸੀਂ ਸੇਲ ਨੂੰ ਪ੍ਰਮੋਟ ਕਰਨ ਦੇ ਲਈ ਕੁਝ ਖਾਸ ਤਰੀਕੇ ਜਾਂ ਕੁਝ ਖਾਸ ਟੂਲ ਵਰਤ ਸਕਦੇ ਹਾਂ। ਫ੍ਰੀ ਸੈਂਪਲ ਦਿੱਤੇ ਜਾ ਸਕਦੇ ਨੇ, ਜਦੋਂ ਚੀਜ਼ ਨੇ ਲਾਂਚ ਹੋਣਾ ਤਾਂ ਡੋਰ ਟੂ ਡੋਰ ਵੀ ਡਿਲੀਵਰੀ ਹੋ ਜਾਂਦੀ ਫ੍ਰੀ ਸੈਂਪਲ ਦੀ, ਮੇਲ ਦੇ ਥਰੂ ਜਾਂ ਕਿਸੇ ਹੋਰ ਪ੍ਰੋਡਕਟ ਦੇ ਨਾਲ। ਕਿ ਜਿਵੇਂ ਮੰਨ ਲਓ ਅਸੀਂ ਇੱਕ ਸਾਬਣ ਲਿਆ ਅਤੇ ਸਾਨੂੰ ਨਾਲ ਇੱਕ ਸ਼ੈਂਪੂ ਦਾ ਪਾਊਚ ਹੈ, ਉਹ ਨਾਲ ਫ੍ਰੀ ਜਿਹੜਾ ਹੈਗਾ ਉਹ ਸੈਂਪਲ ਮਿਲ ਜਾਂਦਾ ਹੈ, ਜਿਸ ਨਾਲ ਅਸੀਂ ਸੈਂਪਲ ਦੇਖ ਕੇ ਉਸ ਚੀਜ਼ ਨੂੰ ਵਰਤਦੇ ਹਾਂ। ਜੇ ਸਾਨੂੰ ਪਸੰਦ ਆਏ ਤਾਂ ਅਸੀਂ ਉਸ ਨੂੰ ਅੱਗੇ ਹੋਰ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਜ਼ਰੂਰ ਉਸ ਨੂੰ ਲੈਂਦੇ ਹਾਂ। ਕੂਪਨਸ ਜਿਹੜੇ ਆ ਬਹੁਤ ਇਫੈਕਟਿਵ ਹੁੰਦੇ ਆ ਸੇਲ ਪ੍ਰਮੋਸ਼ਨ ਦੇ ਵਿੱਚ, ਜਿਵੇਂ ਕੋਈ ਪ੍ਰਾਈਸ ਰਿਡਕਸ਼ਨ, ਪ੍ਰਾਈਸ ਦੇ ਵਿੱਚ ਕਮੀ ਜਿਹੜੀ ਹੈ ਉਹ ਆਫਰ ਕਰ ਦਿੱਤੀ, ਜਾਂ ਇੱਕ ਸਪੈਸੀਫਿਕ ਦੱਸਤਾ ਕਿ ਆਹ ਚੀਜ਼ ਲਓਗੇ ਇੱਥੇ ਇੰਨੇ % ਆਫ ਹੋਏਗਾ, ਜਾਂ ਇੰਨਾ ਕੁਛ ਕਰਨ ਦੇ ਨਾਲ ਤੁਹਾਨੂੰ ਇੰਨੇ ਕੂਪਨ ਬਣ ਜਾਣਗੇ ਜਦੋਂ, ਤਾਂ ਤੁਸੀਂ ਇੰਨੀ ਚੀਜ਼ ਫ੍ਰੀ ਲੈ ਸਕੋਗੇ। ਪ੍ਰਾਈਜ਼ ਪੈਕਸ, ਇਸ ਦੇ ਵਿੱਚ ਇਹ ਹੈ ਕਿ ਜਦੋਂ ਕਈ ਵਾਰੀ ਸ਼ਾਰਟ ਟਰਮ ਸੇਲਸ ਟਾਰਗੇਟ ਅਚੀਵ ਕਰਨੇ ਹੋਣ ਤਾਂ ਪ੍ਰਾਈਜ਼ ਪੈਕਸ ਜਿਹੜੇ ਨੇ ਉਹ ਬੜਾ ਸੇਲ ਨੂੰ ਬੂਸਟ ਕਰਦੇ ਨੇ, ਇੰਸਟੈਂਟ ਸੇਲ ਨੂੰ ਬੂਸਟ ਕਰਦੇ ਨੇ। ਜਿਵੇਂ ਦੋ ਚੀਜ਼ਾਂ ਲਓ ਅਤੇ ਇੱਕ ਫ੍ਰੀ ਮਿਲੇਗੀ, ਜਾਂ 3 ਲਓਗੇ ਇੱਕ ਫ੍ਰੀ ਮਿਲੇਗੀ। ਇਸ ਤਰ੍ਹਾਂ ਦੇ ਜਿਹੜੇ ਹੈਗੇ ਬੰਦੇ ਨੇ ਇੱਕ ਚੀਜ਼ ਖਰੀਦਣੀ ਹੈ, ਉਹ ਬਦੋ ਬਦੀ 2 ਆਈਟਮਾਂ ਖਰੀਦਦਾ, ਇੱਕ ਆਈਟਮ ਚਾਹੇ ਕੰਪਨੀ ਨੂੰ ਵੀ ਫ੍ਰੀ ਦੇਣੀ ਪੈ ਜਾਂਦੀ ਹੈ, ਪਰ ਕੰਪਨੀ ਦੀ ਸੇਲ ਡਬਲ ਹੋ ਜਾਂਦੀ ਉਹਦੇ ਨਾਲ। ਉਸ ਨੂੰ ਥੋੜ੍ਹਾ ਬਹੁਤ ਲੋਸ ਜ਼ਰੂਰ ਬੀਅਰ ਕਰਨਾ ਪੈਂਦਾ, ਪਰ ਉਸ ਦੇ ਨਾਲ ਇਹ ਹੈ ਕਿ ਉਸ ਦੀ ਸੇਲ ਵੀ ਵੱਧਦੀ ਹੈ, ਉਸ ਦਾ ਪ੍ਰਚਾਰ ਵੀ ਹੁੰਦਾ। ਡਿਸਕਾਊਂਟ ਇੱਕ ਬਹੁਤ ਪਾਪੂਲਰ ਅਤੇ ਬੇਸਿਕ ਟੂਲ ਹੈ ਸੇਲ ਪ੍ਰਮੋਸ਼ਨ ਦਾ, ਜਿਸ ਦੇ ਨਾਲ ਇੱਕ ਪਰਟੀਕੂਲਰ ਪੀਰੀਅਡ ਦੇ ਵਿੱਚ ਇੰਨਾ ਡਿਸਕਾਊਂਟ ਦਿੱਤਾ ਜਾਏਗਾ ਤਾਂ ਜਿਹੜਾ ਹੈਗਾ ਉਹਦੇ ਨਾਲ ਵੀ ਸੇਲ ਜਿਹੜੀ ਹੈ ਬਹੁਤ ਪ੍ਰਮੋਟ ਹੁੰਦੀ ਹੈ। ਫ੍ਰੀ ਗੁੱਡਸ, ਜਿਵੇਂ ਕੁਛ ਖਾਸ ਚੀਜ਼ਾਂ ਖਰੀਦਦੇ ਹਾਂ ਸਰਟਨ ਕੁਆਂਟਿਟੀ ਦੀਆਂ, ਤਾਂ ਉਹਦੇ ਨਾਲ ਕੈਲੰਡਰ, ਕੀ ਰਿੰਗ, ਪੈਨ ਜੇਕਰ ਨਾਲ ਗਿਫਟ ਦਿੱਤੇ ਜਾਣ ਤਾਂ ਇਸ ਦੇ ਨਾਲ ਕੰਪਨੀ ਦੀ ਐਡਵਰਟਾਈਜ਼ਮੈਂਟ ਵੀ ਹੁੰਦੀ ਹੈ, ਕਿਉਂਕਿ ਉਸ ਕੰਪਨੀ ਦਾ ਨਾਮ, ਮੈਸੇਜ ਲਿਖਿਆ ਹੋਏਗਾ ਨਾਲ, ਜਿਹੜਾ ਹੈਗਾ ਉਸ ਦੇ ਲਾਲਚ ਦੇ ਵਿੱਚ ਕੰਪਨੀ ਦੀ ਪਹਿਲੀ ਚੀਜ਼ ਹੈ ਉਸ ਦੀ ਸੇਲ ਵੀ ਹੁੰਦੀ ਹੈ। ਐਕਸਚੇਂਜ ਸਕੀਮ, ਜਦੋਂ ਕਈ ਵਾਰੀ ਕਸਟਮਰ ਨੇ ਪੁਰਾਣੀ ਚੀਜ਼ ਉਹਦੇ ਕੋਲ ਪਈ ਹੈ ਅਤੇ ਥੋੜ੍ਹੀ ਪੁਰਾਣੀ ਹੋ ਚੁੱਕੀ, ਖ਼ਰਾਬ ਹੋ ਚੁੱਕੀ ਹੈ, ਨਵੀਂ ਲੈਣੀ ਹੈ, ਤਾਂ ਜਦੋਂ ਕੋਈ ਕੰਪਨੀ ਐਕਸਚੇਂਜ ਆਫਰ ਕਰ ਰਹੀ ਹੋਵੇ, ਜਿਹੜੀ ਪੁਰਾਣੀ ਚੀਜ਼ ਦਾ ਕੋਈ ਮੁੱਲ ਦੇ ਰਹੀ ਹੋਵੇ, ਤਾਂ ਲਾਜ਼ਮੀ ਤੌਰ 'ਤੇ ਜੋ ਕਸਟਮਰ ਹੈ ਉਸ ਦਾ ਧਿਆਨ ਜ਼ਰੂਰ ਜਾਂਦਾ ਹੈ ਕਿ ਮੈਂ ਕਿਉਂ ਨਾ ਹੁਣ ਇਸ ਕੰਪਨੀ ਦੀ ਚੀਜ਼ ਲੈ ਲਵਾਂ,
ਜਿਸ ਨਾਲ ਮੈਨੂੰ ਥੋੜ੍ਹੀ ਬੱਚਤ ਹੋ ਜੇ, ਨਾਲੇ ਮੇਰੇ ਘਰ 'ਚੋਂ ਜਿਹੜਾ ਹੈਗਾ ਪੁਰਾਣਾ ਸਮਾਨ ਹੈ ਉਹ ਨਿਕਲ ਜਾਏਗਾ, ਨਵਾਂ ਆ ਜਾਏਗਾ। ਇੰਸਟਾਲਮੈਂਟ ਸੇਲਸ, ਇੰਸਟਾਲਮੈਂਟਸ ਦੇ ਉੱਪਰ ਵੀ ਚੀਜ਼ਾਂ ਦੇਣ ਨਾਲ, ਜਿਵੇਂ ਕਈ ਵਾਰੀ ਪੈਸੇ ਜਿਹੜੇ ਹੈ ਘੱਟ ਹੁੰਦੇ ਹੈ ਜਾਂ ਪੂਰੇ ਨਹੀਂ ਹੁੰਦੇ ਜਾਂ ਥੋੜ੍ਹੇ ਹੁੰਦੇ ਨੇ, ਤਾਂ ਕਸਟਮਰ ਜਿਹੜਾ ਹੈ ਉਹ ਮੰਥਲੀ ਇੰਸਟਾਲਮੈਂਟ ਕਰਕੇ ਇੱਕ ਖਾਸ ਪੀਰੀਅਡ ਦੇ ਲਈ, ਤਾਂ ਉਹ ਜਿਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਆਮ ਹੀ ਅੱਜ ਕੱਲ੍ਹ ਇਹ ਟਰੈਂਡ ਹੈਗਾ ਕਿ ਕਿਸ਼ਤਾਂ 'ਤੇ ਚੀਜ਼ ਲੈ ਲਈ, ਅਤੇ ਉਹ ਸੇਲ ਪ੍ਰਮੋਸ਼ਨ ਦੇ ਲਈ ਬਹੁਤ ਲਾਹੇਵੰਦ ਹੁੰਦੀ ਹੈ। ਓਬਜੈਕਟਿਵਸ ਆਫ ਸੇਲ ਪ੍ਰਮੋਸ਼ਨ, ਸੇਲ ਪ੍ਰਮੋਸ਼ਨ ਦੇ ਜਿਹੜੇ ਮੇਨ ਸਾਡਾ ਓਬਜੈਕਟਿਵ ਟਾਰਗੇਟ ਕੀ ਹੁੰਦੇ ਨੇ? ਨਵੀਆਂ ਪ੍ਰੋਡਕਟਸ ਨੂੰ ਇੰਟਰੋਡਿਊਸ ਕਰਾਉਣਾ ਮਾਰਕੀਟ ਦੇ ਵਿੱਚ, ਨਵੇਂ ਕਸਟਮਰਸ ਨੂੰ ਅਟਰੈਕਟ ਕਰਨਾ, ਦੂਜੀਆਂ ਕੰਪਨੀਆਂ ਦੇ ਨਾਲ ਜੋ ਕੰਪੀਟੀਸ਼ਨ ਹੈ ਉਸ ਨੂੰ ਇਫੈਕਟਿਵਲੀ ਉਸ ਕੰਪੀਟੀਸ਼ਨ ਨੂੰ ਲੜਨਾ, ਆਫ ਸੀਜ਼ਨ ਬਾਇੰਗ, ਆਫ ਸੀਜ਼ਨ ਖਰੀਦਦਾਰੀ ਨੂੰ ਇਨਕਰੇਜ ਕਰਨਾ। ਹੁਣ ਜਿਵੇਂ ਮੰਨ ਲਓ ਮੈਂ ਪਹਿਲਾਂ ਹੀ ਦੱਸਿਆ ਕਿ ਇੱਕ ਖਾਸ ਟਾਈਮ ਹੈ, ਉਸ ਟਾਈਮ ਰੈਸਟੋਰੈਂਟ ਦੇ ਵਿੱਚ ਕੋਈ ਖਾਣਾ ਆਰਡਰ ਨਹੀਂ ਕਰਦਾ, ਉਸ ਟਾਈਮ ਜੇਕਰ ਇਹ ਚੀਜ਼ਾਂ ਡਿਸਕਾਊਂਟ ਦੇ ਦਿੱਤੇ ਜਾਣ, ਜਦੋਂ ਆਫ ਸੀਜ਼ਨ ਹੈ ਇੱਕ ਤਰ੍ਹਾਂ, ਤਾਂ ਉਸ ਤਰ੍ਹਾਂ ਵੀ ਜਿਹੜਾ ਹੈਗਾ ਜਿੱਥੇ ਸਟਾਫ ਵਿਹਲਾ ਬੈਠਾ ਹੈ ਤਾਂ ਉਹ ਵੀ ਕੰਮ ਲੱਗਦਾ, ਅਤੇ ਨਾਲੇ ਜਿਹੜੀ ਹੈ ਸੇਲ ਵੱਧਦੀ ਹੈ। ਟੂ ਪ੍ਰੋਮਪਟ ਐਗਜ਼ਿਸਟਿੰਗ ਕਸਟਮਰਸ ਟੂ ਬਾਏ ਮੋਰ, ਜਿਹੜੇ ਕਸਟਮਰ ਆਲਰੇਡੀ ਉਹ ਚੀਜ਼ ਕੰਪਨੀ ਦੀ ਚੀਜ਼ ਲੈ ਰਹੇ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਉਤਸ਼ਾਹ ਦੇਣਾ ਕਿ ਉਹ ਹੋਰ ਚੀਜ਼ਾਂ ਖਰੀਦਣ। ਉਹੀ 2+1 ਜਾਂ 3+1 ਵਾਲਾ ਜਿਹੜਾ ਫੰਡਾ ਹੈ ਉਹ ਵੀ ਇਹਦੇ ਅੰਡਰ ਆ ਜਾਂਦਾ ਕਿ ਇਹ ਵੀ ਇੱਕ ਓਬਜੈਕਟਿਵ ਹੈ ਸੇਲਸ ਪ੍ਰਮੋਸ਼ਨ ਦਾ, ਕਿ ਐਗਜ਼ਿਸਟਿੰਗ ਕਸਟਮਰ ਨੂੰ ਵੀ ਇਸ ਤਰ੍ਹਾਂ ਪ੍ਰੇਰਨਾ ਕਰਨੀ ਕਿ ਉਹ ਹੋਰ ਚੀਜ਼ਾਂ ਖਰੀਦਣ। ਟੂ ਐਨਕਰੇਜ ਪਰਚੇਜ ਆਫ ਲਾਰਜ ਸਾਈਜ਼ ਯੂਨਿਟ, ਜੇ ਕਿਸੇ ਨੇ ਮੰਨ ਲਓ 100 ਗ੍ਰਾਮ ਚੀਜ਼ ਖਰੀਦਣੀ ਹੈ, ਉਸ ਨੂੰ ਇਸ ਤਰ੍ਹਾਂ ਇਨਕਰੇਜ ਕੀਤਾ ਜਾਵੇ ਕਿ ਉਹ 125 ਗ੍ਰਾਮ ਲਵੇ, 150 ਗ੍ਰਾਮ ਲਵੇ, ਉਹਨੂੰ ਨਾਲ ਕੋਈ ਹੋਰ ਆਈਟਮ ਮਿਲਦੀ ਦਿਖੇਗੀ ਤਾਂ ਉਹ ਲਾਜ਼ਮੀ ਤੌਰ 'ਤੇ ਲਾਰਜ ਸਾਈਜ਼ ਯੂਨਿਟ ਨੂੰ ਵੀ ਉਸ ਨੂੰ ਖਰੀਦੇਗਾ। ਇਹ ਸਾਰੇ ਜਿਹੜੇ ਟਾਰਗੇਟਸ ਹੈ ਸੇਲਸ ਪ੍ਰਮੋਸ਼ਨ ਦੇ। ਇਸ ਤੋਂ ਅਗਲਾ ਪਾਰਟ ਹੈ ਇਸ ਮਾਰਕੀਟਿੰਗ ਐਂਡ ਸੇਲਸ ਮੈਨੇਜਮੈਂਟ ਦਾ, ਮਾਰਕੀਟ ਸਰਵੇ। ਬਹੁਤ ਇੰਪੋਰਟੈਂਟ ਪਾਰਟ ਹੈ, ਇੱਕ ਤਰ੍ਹਾਂ ਦੀ ਰਿਸਰਚ ਵੀ ਇਸ ਨੂੰ ਕਹਿ ਸਕਦੇ ਹਾਂ। ਡਾਟਾ ਕਲੈਕਸ਼ਨ ਹੈ, ਡਾਟਾ ਗੈਦਰਿੰਗ, ਰਿਕਾਰਡਿੰਗ ਐਂਡ ਐਨਾਲਾਈਜ਼ਿੰਗ ਦਾ ਡਾਟਾ ਆਫ ਕਸਟਮਰਸ, ਕੰਪੀਟੀਟਰਸ ਐਂਡ ਮਾਰਕੀਟ। ਕਸਟਮਰ ਦਾ ਡਾਟਾ ਇਕੱਠਾ ਕਰਨਾ, ਕੰਪੀਟੀਟਰ ਦਾ ਡਾਟਾ ਇਕੱਠਾ ਕਰਨਾ, ਮਾਰਕੀਟ ਦਾ ਡਾਟਾ ਇਕੱਠਾ ਕਰਨਾ, ਉਹਨੂੰ ਰਿਕਾਰਡ ਕਰਨਾ ਅਤੇ ਐਨਾਲਾਈਜ਼ ਕਰਨਾ। ਅਤੇ ਉਸ ਤੋਂ ਬਾਅਦ ਇਟ ਹੈਲਪਸ ਟੂ ਕ੍ਰੀਏਟ ਏ ਬਿਜ਼ਨਸ ਪਲਾਨ। ਫਿਰ ਬਿਜ਼ਨਸ ਪਲਾਨ ਜਿਹੜਾ ਹੈਗਾ ਉਹ ਕ੍ਰੀਏਟ ਕਰਨਾ ਕਿ ਕਿੱਥੇ ਕਿਹੜਾ ਬਿਜ਼ਨਸ ਚਲਾਉਣਾ ਚਾਹੀਦਾ, ਕਿਸ ਤਰ੍ਹਾਂ ਚਲਾਉਣਾ ਚਾਹੀਦਾ, ਕਿੰਨੇ ਲੈਵਲ 'ਤੇ ਚਲਾਉਣਾ ਚਾਹੀਦਾ ਹੈ। ਹੈਲਪਸ ਟੂ ਲਾਂਚ ਏ ਨਿਊ ਪ੍ਰੋਡਕਟ, ਨਵੀਂ ਪ੍ਰੋਡਕਟ ਲਾਂਚ ਕਰਨ ਦੇ ਵਿੱਚ ਹੈਲਪ ਕਰਦਾ ਮਾਰਕੀਟ ਸਰਵੇ। ਹੈਲਪਸ ਟੂ ਫਾਈਨ ਟਿਊਨ ਐਗਜ਼ਿਸਟਿੰਗ ਪ੍ਰੋਡਕਟਸ ਐਂਡ ਸਰਵਿਸਿਜ਼, ਜੋ ਵੀ ਸਾਡੀਆਂ ਪ੍ਰੋਡਕਟਸ ਅਵੇਲੇਬਲ ਨੇ, ਐਗਜ਼ਿਸਟ ਕਰ ਰਹੀਆਂ ਨੇ, ਸਰਵਿਸਿਜ਼ ਐਗਜ਼ਿਸਟ ਕਰ ਰਹੀਆਂ ਨੇ, ਉਹਨਾਂ ਨੂੰ ਫਾਈਨ ਟਿਊਨ ਕਰਨ ਦੇ ਵੀ ਕੰਮ ਆਉਂਦਾ ਮਾਰਕੀਟ ਸਰਵੇ, ਕਿ ਜੇਕਰ ਕੋਈ ਉਹਦੇ ਵਿੱਚ 19-21 ਕਸਰ ਹੈ ਤਾਂ ਉਸ ਨੂੰ ਪੂਰਾ ਕਰ ਲਿਆ ਜਾਵੇ। ਹੈਲਪਸ ਟੂ ਐਕਸਪੈਂਡ ਇਨਟੂ ਨਿਊ ਮਾਰਕੀਟ, ਨਵੀਆਂ ਮਾਰਕੀਟ ਦੇ ਵਿੱਚ ਜਦੋਂ ਐਕਸਪੈਂਸ਼ਨ ਕਰਨੀ ਹੈ ਤਾਂ ਉਹ ਵੀ ਮਾਰਕੀਟ ਸਰਵੇ ਬਹੁਤ ਹੈਲਪਫੁਲ ਹੁੰਦਾ। ਓਬਜੈਕਟਿਵਸ ਆਫ ਮਾਰਕੀਟ ਸਰਵੇ, ਪ੍ਰੋਪਰ ਪਲੈਨਿੰਗ ਜਿਹੜੀ ਹੈ ਕਿਸੇ ਵੀ ਬਿਜ਼ਨਸ ਦੇ ਜੋ ਬੇਸ ਹੈ ਪ੍ਰੋਪਰ ਪਲੈਨਿੰਗ ਦਾ, ਉਹ ਵੀ ਮਾਰਕੀਟ ਸਰਵੇ ਤੋਂ ਮਿਲਦਾ ਹੈ ਕਿਸੇ ਵੀ ਕੰਪਨੀ ਨੂੰ। ਇਸ ਦੇ ਸਾਰੇ ਮਾਰਕੀਟਿੰਗ ਪਲਾਨਸ, ਪੋਲਿਸੀਜ਼, ਪ੍ਰੋਗਰਾਮਸ ਐਂਡ ਪ੍ਰੋਸੀਜਰ ਬਣਾਉਣ ਦੇ ਬਹੁਤ ਕੰਮ ਆਉਂਦਾ ਹੈ। ਮਾਰਕੀਟਿੰਗ ਕੋਸਟ ਨੂੰ ਰਿਡਿਊਸ ਕਰਦਾ ਹੈ ਮਾਰਕੀਟ ਸਰਵੇ, ਕਿਉਂਕਿ ਮਾਰਕੀਟਿੰਗ ਕਰਨੀ ਹੈ ਤਾਂ ਐਡਵਰਟਾਈਜ਼ਮੈਂਟ, ਡਿਸਟਰੀਬਿਊਸ਼ਨ, ਸੈਲਿੰਗ, ਤਾਂ ਉਸ ਦੇ ਬਾਰੇ ਕਲੀਅਰ ਹੋ ਜਾਂਦਾ ਹੈ ਕਿ ਕਿੱਥੇ ਕੀ ਕਰਨਾ ਚਾਹੀਦਾ ਹੈ, ਅਤੇ ਮਾਰਕੀਟਿੰਗ ਦੀ ਕੋਸਟ ਵੀ ਰਿਡਿਊਸ ਕਰਦਾ ਹੈ ਜੋ ਮਾਰਕੀਟ ਸਰਵੇ ਹੈ। ਫਾਈਂਡ ਆਊਟ ਨਿਊ ਮਾਰਕੀਟਸ, ਕੋਈ ਪ੍ਰੋਡਕਟ ਜਿਹੜੀ ਹੈ ਉਸ ਦੀਆਂ ਨਵੀਂ ਮਾਰਕੀਟ ਲੱਭਣ ਦੇ ਵੀ ਕੰਮ ਆਉਂਦਾ ਅਤੇ ਐਗਜ਼ਿਸਟਿੰਗ ਨੂੰ ਮੇਨਟੇਨ ਕਰਨ ਦੇ ਕੰਮ ਆਉਂਦਾ। ਟੂ ਨੋ ਦਾ ਮਾਰਕੀਟ ਕੰਪੀਟੀਸ਼ਨ, ਕੰਪੀਟੀਸ਼ਨ ਕਿਸ ਲੈਵਲ ਦਾ ਹੈ, ਜੋ ਸਾਡੀ ਪ੍ਰੋਡਕਟ ਹੈ ਉਹ ਹੋਰ ਕਿਹੜੀਆਂ ਕੰਪਨੀਆਂ ਨੂੰ ਬਣਾ ਰਹੀਆਂ ਅਤੇ ਕੀ ਉਹਦੇ 'ਚ ਫੀਚਰਸ ਹੈ, ਲੋਕ ਕਿਹਨੂੰ ਪਸੰਦ ਕਰ ਰਹੇ ਨੇ, ਇਹ ਸਾਰਾ ਮਾਰਕੀਟ ਸਰਵੇ ਦੱਸ ਦਿੰਦਾ। ਟੂ ਡਿਟਰਮਿਨ ਦਾ ਪ੍ਰੋਪਰ ਪ੍ਰਾਈਸ ਪੋਲਿਸੀ, ਕਿ ਪ੍ਰਾਈਸ ਜਿਹੜਾ ਹੈਗਾ ਅਸੀਂ ਕਿਸੇ ਚੀਜ਼ ਦਾ ਵੱਧ ਤਾਂ ਨਹੀਂ ਰੱਖਿਆ ਹੋਇਆ, ਮਾਰਕੀਟ ਸਰਵੇ ਤੋਂ ਆਈਡੀਆ ਹੋ ਜਾਂਦਾ, ਫਿਰ ਅਸੀਂ ਉਸ ਚੀਜ਼ ਨੂੰ ਘਟਾ ਸਕਦੇ ਹਾਂ। ਜਾਂ ਇਹ ਵੀ ਆਈਡੀਆ ਹੁੰਦਾ ਕਿ ਲੋਕ ਨੂੰ ਜੇਕਰ ਅਸੀਂ ਕਿਸੇ ਵੀ ਆਈਟਮ ਨੂੰ ਲੋਕ ਇੰਨਾ ਪਸੰਦ ਕਰ ਰਹੇ ਨੇ, ਜੇ ਥੋੜ੍ਹਾ ਜਿਹਾ ਰੇਟ ਵਧਾ ਵੀ ਦਿਆਂਗੇ, ਆਪਣਾ ਪ੍ਰੋਫਿਟ ਵਧਾ ਲਾਂਗੇ ਤਾਂ ਲੋਕ ਜ਼ਰੂਰ ਲੈਣਗੇ। ਇਹ ਸਾਰਾ ਕੁਝ ਮਤਲਬ ਕਿ ਪ੍ਰੋਪਰ ਜੋ ਹੈ ਪ੍ਰਾਈਸ ਪੋਲਿਸੀ ਨੂੰ ਵੀ ਪਤਾ ਲਾਉਣ ਦੇ ਕੰਮ ਆਉਂਦਾ ਮਾਰਕੀਟ ਸਰਵੇ। ਸਟੱਡੀ ਦਾ ਲਾਈਕਸ ਐਂਡ ਡਿਸਲਾਈਕਸ ਆਫ ਦਾ ਕੰਜ਼ਿਊਮਰਸ, ਇਹ ਬਹੁਤ ਜ਼ਿਆਦਾ ਫਾਇਦਾ ਦਿੰਦਾ ਕਿ ਕਸਟਮਰ ਕਿਸ ਚੀਜ਼ ਨੂੰ ਪਸੰਦ ਕਰ ਰਹੇ ਨੇ, ਕਿਸ ਚੀਜ਼ ਨੂੰ ਨਹੀਂ ਪਸੰਦ ਕਰ ਰਹੇ। ਪਸੰਦ ਨਾ ਪਸੰਦ ਹੈ ਕਸਟਮਰ ਦੀ, ਉਹ ਸਾਰੀ
ਇਸ ਦੇ ਵਿੱਚ ਮਾਰਕੀਟ ਸਰਵੇ ਦਾ ਇੱਕ ਜਿਹੜਾ ਹੈ ਖਾਸ ਆਬਜੈਕਟਿਵ ਹੈ। ਨੀਡ ਐਂਡ ਇੰਪੋਰਟੈਂਸ ਆਫ ਮਾਰਕੀਟ ਸਰਵੇ ਦੀ ਕੀ ਲੋੜ ਹੈ, ਕੀ ਇਸ ਦੀ ਖਾਸੀਅਤ ਹੈ। ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਮਾਰਕੀਟ ਸਰਵੇ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ, ਅਤੇ ਉਸ ਬਿਜ਼ਨਸ ਨੂੰ ਚੱਲਦੇ ਰਹਿਣ ਵਾਸਤੇ ਉਸ ਨੂੰ ਬਦਲਾ ਕੀ ਲੈ ਕੇ ਆਉਣਾ, ਸਾਰਿਆਂ ਦੇ ਲਈ ਜੋ ਹੈ ਮਾਰਕੀਟ ਸਰਵੇ ਹੈ ਬਹੁਤ ਇੰਪੋਰਟੈਂਟ ਹੈ, ਬਹੁਤ ਇਸ ਦੀ ਖਾਸ ਜ਼ਰੂਰਤ ਹੈ। ਅੰਡਰਸਟੈਂਡਿੰਗ ਯੂਰ ਐਗਜ਼ਿਸਟਿੰਗ ਕਸਟਮਰਸ, ਜੋ ਸਾਡਾ ਕਸਟਮਰ ਐਗਜ਼ਿਸਟ ਕਰ ਰਿਹਾ ਉਸ ਨੂੰ ਸਮਝਣਾ, ਉਸ ਦੀ ਕੀ ਲੋੜ ਹੈ, ਕਿਉਂ ਸਾਡੀ ਚੀਜ਼ ਨੂੰ ਪਸੰਦ ਕਰ ਰਿਹਾ, ਕੀ ਕੁਆਲਿਟੀ ਤੋਂ ਖੁਸ਼ ਹੈ, ਕਿਸ ਤਰ੍ਹਾਂ ਉਸ ਨੂੰ ਬਾਇੰਗ ਡਿਸੀਜਨ ਦੇ ਵਿੱਚ ਉਹ ਕਿਸ ਤਰ੍ਹਾਂ ਇਨਫਲੂਐਂਸ ਹੁੰਦਾ ਹੈ, ਉਸ ਨੂੰ ਕੀ ਇਤਬਾਰ ਹੈ ਸਾਡੀ ਚੀਜ਼ 'ਤੇ, ਕਿਹੜੀਆਂ ਮੈਗਜ਼ੀਨਸ ਉਸ ਨੂੰ ਆਈਡੀਆ ਹੁੰਦਾ ਹੈ। ਸੋ ਇਸ ਦੇ ਨਾਲ ਅਸੀਂ ਐਗਜ਼ਿਸਟਿੰਗ ਨੂੰ ਤਾਂ ਮੇਨਟੇਨ ਕਰਨਾ ਹੀ ਕਰਨਾ ਹੈ। ਅਗਲਾ ਸਟੈਪ ਹੈ ਆਈਡੈਂਟੀਫਾਈਂਗ ਪੋਟੈਂਸ਼ੀਅਲ ਕਸਟਮਰ। ਤਾਂ ਨਵੇਂ ਕਸਟਮਰ ਵੀ ਅਸੀਂ ਆਈਡੈਂਟੀਫਾਈ ਕਰਨੇ ਨੇ ਕਿ ਉਹ ਜੋ ਕਿਸ ਤਰ੍ਹਾਂ ਦੀਆਂ ਚੀਜ਼ਾਂ ਯੂਜ ਕਰਦੇ ਨੇ, ਉਹ ਕਿੰਨੇ ਏਜ ਦੇ ਨੇ, ਕੀ ਜੈਂਡਰ ਹੈ ਉਹਨਾਂ ਦਾ, ਮੇਲ ਫੀਮੇਲ ਨੇ, ਉਹਨਾਂ ਦਾ ਮੈਰੀਟਲ ਸਟੇਟਸ ਕੀ ਹੈ, ਕਿੱਥੇ ਰਹਿੰਦੇ ਨੇ, ਉਹਨਾਂ ਦੇ ਫੈਮਿਲੀ ਬੈਕਗਰਾਊਂਡ ਕੀ ਹੈ, ਐਜੂਕੇਸ਼ਨ ਕੀ ਹੈ, ਇਨਕਮ ਕੀ ਹੈ। ਉੱਥੋਂ ਅਸੀਂ ਆਪਣਾ ਪੋਟੈਂਸ਼ੀਅਲ ਕਸਟਮਰ ਹੈ ਉਹ ਵੀ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਕਿਹੜੇ ਲੋਕ ਸਾਡੀਆਂ ਚੀਜ਼ਾਂ ਖਰੀਦ ਸਕਦੇ, ਉੱਧਰ ਨੂੰ ਅਸੀਂ ਉਹ ਚੀਜ਼ਾਂ ਵੱਲ ਨੂੰ ਜਾਈਏ। ਰਿਜ਼ੋਲਵਿੰਗ ਬਿਜ਼ਨਸ ਪ੍ਰੋਬਲਮਸ, ਜੋ ਮਾਰਕੀਟ ਸਰਵੇ ਹੈ ਉਹ ਬਿਜ਼ਨਸ ਦੀਆਂ ਪ੍ਰੋਬਲਮ ਦਾ ਵੀ ਲੱਭ ਲੈਂਦਾ, ਕਾਰਨ ਕੀ ਹੈ, ਅਤੇ ਉਹਨਾਂ ਦੀਆਂ ਰੈਮੀਡੀਜ਼, ਉਹਨਾਂ ਦੇ ਸਲਿਊਸ਼ਨ ਵੀ ਇਹ ਮਾਰਕੀਟ ਸਰਵੇ ਤੋਂ ਬਹੁਤ ਹੱਦ ਤੱਕ ਮਿਲ ਜਾਂਦੇ ਨੇ। ਜੇਕਰ ਸੇਲ ਘਟੀ ਹੈ ਤਾਂ ਮਾਰਕੀਟ ਸਰਵੇ ਨਾਲ ਜੋ ਹੈ ਕਸਟਮਰ ਨਾਲ ਗੱਲਬਾਤ ਕਰਕੇ ਪਤਾ ਲੱਗ ਜਾਂਦਾ ਕਿ ਕਿਸ ਕਾਰਨ ਕਰਕੇ ਸਾਡੀ ਸੇਲ ਘਟੀ ਹੈ, ਕਿ ਸਾਡੀ ਪ੍ਰੋਡਕਟ 'ਚ ਕੋਈ ਖਰਾਬੀ ਹੈ ਜਾਂ ਸਾਡੇ ਤੋਂ ਵਧੀਆ ਚੀਜ਼ ਮਾਰਕੀਟ 'ਚ ਆ ਗਈ ਹੈ, ਸਾਡੇ ਤੋਂ ਸਸਤੀ ਚੀਜ਼ ਕੋਈ ਮਾਰਕੀਟ 'ਚ ਆ ਗਈ ਹੈ। ਉਸ ਹਿਸਾਬ ਨਾਲ ਅਸੀਂ ਆਪਣਾ ਬਿਜ਼ਨਸ ਪ੍ਰੋਬਲਮ ਨੂੰ ਰਿਜ਼ੋਲਵ ਕਰ ਸਕਦੇ ਹਾਂ। ਡਿਵੈਲਪ ਬਿਜ਼ਨਸ ਸਟ੍ਰੈਟਜੀਜ਼, ਜੋ ਅਸੀਂ ਇਫੈਕਟਿਵ ਬਿਜ਼ਨਸ ਸਟ੍ਰੈਟਜੀ ਬਣਾ ਸਕਦੇ ਹਾਂ। ਪ੍ਰੋਡਕਟ ਦੀ ਪ੍ਰਾਈਸ, ਡਿਸਟਰੀਬਿਊਸ਼ਨ, ਮੀਡੀਆ ਚੈਨਲ, ਐਡਵਰਟਾਈਜ਼ਮੈਂਟ ਵੀ ਕਰਨ ਦੀ ਲੋੜ ਹੈ ਤਾਂ ਕਿੱਥੇ ਕਰ ਸਕਦੇ ਹਾਂ। ਪ੍ਰੀਪੇਅਰ ਫॉर ਬਿਜ਼ਨਸ ਐਕਸਪੈਂਸ਼ਨ, ਆਪਣੇ ਬਿਜ਼ਨਸ ਨੂੰ ਕਿਵੇਂ ਐਕਸਪੈਂਡ ਕਰਨਾ ਉਸ ਦੇ ਲਈ ਅਸੀਂ ਤਿਆਰ ਹੋ ਸਕਦੇ ਹਾਂ। ਕੰਪੀਟੀਸ਼ਨ ਨੂੰ ਐਨਾਲਾਈਜ਼ ਕਰ ਸਕਦੇ ਹਾਂ ਕਿ ਕਿੰਨਾ ਕੰਪੀਟੀਸ਼ਨ ਕਿਸ ਥਾਂ 'ਤੇ ਹੈ, ਉਸ ਨੂੰ ਕਿਵੇਂ ਅਸੀਂ ਮੀਟ ਕਰ ਸਕਦੇ ਹਾਂ। ਆਈਡੈਂਟੀਫਾਈ ਬਿਜ਼ਨਸ ਅਪਰਚੁਨਿਟੀਜ਼, ਜਿਹੜਾ ਸਾਡਾ ਮਾਰਕੀਟ ਸਰਵੇ ਹੈ ਉਹ ਸਾਨੂੰ ਗੈਪ ਦੱਸਦਾ ਹੈਗਾ, ਨਵੀਆਂ ਮਤਲਬ ਕਿ ਬਿਜ਼ਨਸ ਅਪਰਚੁਨਿਟੀ ਵੀ ਦੱਸਦਾ ਹੈ ਕਿ ਹੁਣ ਦੇ ਵਿੱਚ ਗੈਪ ਦੱਸਦਾ ਹੈ ਕਿੱਥੇ ਸਾਡੀ ਪ੍ਰੋਬਲਮ ਹੈ, ਉਸ ਨੂੰ ਅਸੀਂ ਪੂਰਾ ਕਰ ਸਕੀਏ, ਫਿਲ ਕਰੀਏ, ਬ੍ਰਿਜ ਕਰੀਏ, ਅਤੇ ਜਿੱਥੇ ਕੋਈ ਕਮੀ ਪੇਸ਼ੀ ਉਹਨੂੰ ਪੂਰਾ ਕਰ ਲਈਏ, ਅਤੇ ਜਿੱਥੇ ਇਹ ਚੀਜ਼ਾਂ ਨਹੀਂ ਹੈਗੀਆਂ ਉੱਥੇ ਨਵਾਂ ਵੀ ਅਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਦਾ। ਸੈੱਟ ਰੀਅਲਿਸਟਿਕ ਟਾਰਗੇਟਸ, ਜਿਹੜੇ ਟਾਰਗੇਟ ਵੀ ਅਸੀਂ ਰੀਅਲ ਮਤਲਬ ਕਿ ਅਸੀਂ ਬਣਾਈਏ, ਇਹ ਨਾ ਹੋਏ ਮਾਰਕੀਟ ਸਰਵੇ ਦੱਸ ਦਿੰਦਾ ਹੈ ਕਿ ਸਾਡਾ ਟਾਰਗੇਟ ਹੈ ਉਹ ਸਹੀ ਹੈ, ਅਚੀਵ ਹੋਣ ਵਾਲਾ ਹੈ ਕਿ ਨਹੀਂ ਹੈਗਾ। ਉਸ ਹਿਸਾਬ ਨਾਲ ਹੀ ਕੰਪਨੀ ਦੀ ਗਰੋਥ, ਸੇਲਸ, ਨਵੀਂ ਪ੍ਰੋਡਕਟ ਜਿਹੜੀ ਹੈ ਉਹ ਇੰਟਰੋਡਿਊਸ ਕਰੀਏ। ਐਵੇਂ ਹੀ ਕਿਤੇ ਬਿਨਾਂ ਜਿਹੜਾ ਮਾਰਕੀਟ ਸਰਵੇ ਤੋਂ ਜੇਕਰ ਇਹ ਕੰਮ ਕਰਾਂਗੇ ਤਾਂ ਫੇਲੀਅਰ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ। ਮੈਥਡਸ ਆਫ ਮਾਰਕੀਟ ਸਰਵੇ, ਇਸ ਦੇ ਵਿੱਚ ਇੱਕ ਤਾਂ ਹੈ ਕਿ ਇਨ ਪਰਸਨ ਸਰਵੇ, ਪਰਸਨ ਟੂ ਪਰਸਨ, 1 to 1 ਇੰਟਰਵਿਊ ਟਾਈਪ, ਜਿਵੇਂ ਕਿਤੇ ਕਿਸੇ ਮਾਲ 'ਚ ਕੋਈ ਬੰਦਾ ਗਿਆ ਉਸ ਨਾਲ ਗੱਲਬਾਤ ਕਰਕੇ, ਛੋਟੀ ਜਿਹੀ ਗੱਲ ਕਰਕੇ ਕਿਸੇ ਪ੍ਰੋਡਕਟ ਬਾਰੇ ਪੁੱਛਿਆ ਜਾ ਸਕਦਾ ਹੈ। ਕਈ ਵਾਰੀ ਕਿਤੇ ਕਿਸੇ ਜਗ੍ਹਾ 'ਤੇ ਭੀੜ ਭੜੱਕੇ ਵਾਲੀ ਥਾਂ 'ਤੇ ਜਿੱਥੇ ਕੋਈ ਇੱਕ ਖਾਸ ਸਪੇਸ ਹੋਏ ਖੜ੍ਹੇ ਹੋਣ ਦੀ, ਉੱਥੇ ਵੀ ਜਿਹੜਾ ਹੈ ਇਹ ਪਤਾ ਲਿਆ ਜਾ ਸਕਦਾ ਕਿ ਕਿਸੇ ਪਰਸਨ ਦੀ ਕੀ ਪਸੰਦ ਨਾ ਪਸੰਦ ਹੈ। ਟੈਲੀਫੋਨ ਸਰਵੇ, ਇਹ ਹੁਣ ਥੋੜ੍ਹਾ ਜਿਹਾ ਇਹ ਬੰਦ ਵਰਗਾ ਹੋ ਗਿਆ, ਕਿਉਂਕਿ ਜੇਕਰ ਅਸੀਂ ਡੂ ਨਾਟ ਡਿਸਟਰਬ ਇਸ ਨੂੰ ਐਕਟੀਵੇਟ ਕਰ ਦਿੰਦੇ ਹਾਂ ਤਾਂ ਸਾਨੂੰ ਜਿਹੜਾ ਹੈ ਉਹ ਕੰਪਨੀਆਂ ਜਿਹੜੀਆਂ ਫਾਲਤੂ ਕਾਲ ਨਹੀਂ ਕਰ ਸਕਦੀਆਂ। ਪਰ ਫਿਰ ਵੀ ਇਹ ਇੱਕ ਚੱਲਦਾ ਹੈ ਇਹ ਸਰਵੇ ਕਿ ਕਾਲ ਕੀਤੀ, ਆਪਣੀ ਪ੍ਰੋਡਕਟ ਬਾਰੇ ਦੱਸਿਆ, ਕਸਟਮਰ ਤੋਂ ਪੁੱਛ ਲਿਆ ਕਿ ਉਹ ਚੀਜ਼ ਵਰ ਯੂਜ ਕਰ ਰਿਹਾ ਕਿ ਨਹੀਂ ਕਰ ਰਿਹਾ, ਜੇ ਨਹੀਂ ਕਰ ਰਿਹਾ ਤਾਂ ਉਸਦੇ ਸੈਟਿਸਫੈਕਸ਼ਨ ਲੈਵਲ ਪੁੱਛਿਆ, ਕਿਉਂ ਪਸੰਦ ਕਰਦਾ ਇਹ ਪੁੱਛਿਆ, ਨਹੀਂ ਕਰ ਰਿਹਾ ਤੁਹਾਨੂੰ ਆਪਣੀ ਚੀਜ਼ ਬਾਰੇ ਦੱਸਿਆ ਅਤੇ ਉਹਦੇ ਵਿਚਾਰ ਲਏ। ਈਮੇਲ ਕਰਕੇ ਵੀ ਜਿਹੜਾ ਹੈ ਸਰਵੇ ਕੀਤਾ ਜਾ ਸਕਦਾ ਹੈ। ਔਨਲਾਈਨ ਵੀ ਕਈ ਵਾਰੀ ਫਾਰਮ ਆ ਜਾਂਦੇ ਨੇ ਸਰਵੇ, ਉਸ ਨੂੰ ਕਿਹਾ ਜਾਂਦਾ ਹੈ ਕਸਟਮਰ ਨੂੰ ਕਿ ਥੋੜ੍ਹੇ ਬਹੁਤ ਆਪਣੇ 2-4 ਪੁਆਇੰਟ ਯੈਸ ਨੋ ਟਿਕ ਕਰੋ ਜਾਂ ਇੱਕ ਸਕੇਲ ਦੇ ਉੱਪਰ ਟਿਕ ਕਰੋ, ਉੱਥੋਂ ਵੀ ਡਾਟਾ ਗੈਦਰ ਹੋ ਕੇ ਤਾਂ ਉਹ ਜਿਹੜਾ ਹੈਗਾ ਸਰਵੇ ਜੋ ਹੈ ਕੰਪਲੀਟ ਹੋ ਜਾਂਦਾ ਹੈ। ਫੋਕਸ ਗਰੁੱਪਸ ਹੈ, ਜਿਵੇਂ ਕਿਸੇ ਇੱਕ ਖਾਸ ਸੈਮੀਨਾਰ ਟਾਈਪ ਜਾਂ ਇੰਟਰਵਿਊ ਟਾਈਪ ਕਰਕੇ ਵੀ ਕਿਸੇ ਖਾਸ ਗਰੁੱਪ ਤੋਂ ਉਹਨਾਂ ਦਾ ਜੋ ਹੈ ਜਰਨਲ ਆਈਡੀਆ ਲਿਆ ਜਾ ਸਕਦਾ ਕਿਸੇ ਪ੍ਰੋਡਕਟ ਬਾਰੇ,
ਤੇ ਕਿਹੜੀ ਪ੍ਰੋਡਕਟ ਨੂੰ ਪਸੰਦ ਕਰਦੇ ਨੇ, ਸਾਡੀ ਪ੍ਰੋਡਕਟ ਬਾਰੇ ਉਹਨਾਂ ਦਾ ਕੀ ਵਿਚਾਰ ਹੈ। ਪਰਸਨਲ ਇੰਟਰਵਿਊਜ਼, ਜਿੱਥੇ ਕਿਤੇ ਜਗ੍ਹਾ ਬਣਦੀ ਹੈ ਉੱਥੇ ਪਰਸਨਲ ਇੰਟਰਵਿਊ ਵੀ ਲਈ ਜਾ ਸਕਦੀ ਹੈ। ਸੈਮੀ ਸਟਰਕਚਰ ਡਿਸਕਸ਼ਨ ਕੀਤੀਆਂ ਜਾ ਸਕਦੀਆਂ, ਖਾਸ ਕੁਐਸਚਨਏਅਰ ਜਿਹਾ ਬਣਾ ਕੇ ਕਿ ਉਹਨਾਂ ਤੋਂ ਗੱਲਬਾਤ ਕਰਕੇ। ਪਰ ਇਹ ਟਾਈਮ ਕੰਜ਼ਿਊਮਿੰਗ ਹੈ ਅਤੇ ਜ਼ਿਆਦਾ ਸੈਗਮੈਂਟ ਤੋਂ ਇਹ ਨਹੀਂ ਕੀਤਾ ਜਾ ਸਕਦਾ ਜੋ ਪਰਸਨਲ ਜੋ ਇੰਟਰਵਿਊ ਵਾਲਾ ਸਰਵੇ ਹੈ। ਓਬਜ਼ਰਵੇਸ਼ਨਸ ਹੈ, ਇਹ ਬਹੁਤ ਸਿੰਪਲੈਸਟ ਵੇ ਆਫ ਮਾਰਕੀਟ ਸਰਵੇ ਹੈ, ਸਭ ਤੋਂ ਸੌਖਾ ਕੰਮ ਹੈ ਇਹ। ਜਿਵੇਂ ਹੈ ਕਿ ਓਬਜ਼ਰਵ ਕਰਨਾ ਕਿਸੇ ਵੀ ਪਰਸਨ ਨੂੰ, ਜਿਵੇਂ ਕਿਸੇ ਮਾਲ ਦੇ ਵਿੱਚ ਕੋਈ ਚੀਜ਼ ਲੱਗੀਆਂ ਹੈਗੀਆਂ, ਉੱਥੇ ਪਰਸਨ ਕੋਈ ਕੀ ਕਰ ਰਹੇ ਨੇ, ਉਹਦਾ ਬਿਹੇਵੀਅਰ ਕੀ ਹੁੰਦਾ ਕਿਸੇ ਚੀਜ਼ ਨੂੰ ਲੈਣ ਵੇਲੇ, ਚੱਕਣ ਵੇਲੇ। ਕਈ ਵਾਰੀ ਉਹਨਾਂ ਦੇ ਆਪਸ ਵਿੱਚ ਡਿਸਕਸ਼ਨ ਹੋ ਰਹੀ ਹੁੰਦੀ ਹੈ, ਕਿਸੇ ਕਸਟਮਰ ਦੇ ਆਪਣੇ 2 ਜਣੇ ਇਕੱਠੇ ਆਏ ਨੇ, ਜਾਂ ਕਿਸੇ ਵੀ ਤਰ੍ਹਾਂ ਉਹਨਾਂ ਦਾ ਬਿਹੇਵੀਅਰ ਤੋਂ ਆਈਡੀਆ ਹੋ ਜਾਂਦਾ, ਓਬਜ਼ਰਵ ਕੀਤਾ ਜਾ ਸਕਦਾ ਹੈ ਕਿ ਸਾਡੀ ਪ੍ਰੋਡਕਟ ਬਾਰੇ ਕਿਸੇ ਕਸਟਮਰ ਦਾ ਕੀ ਵਿਚਾਰ ਹੈ। ਫੀਲਡ ਟਰਾਇਲਸ ਕੀਤੇ ਜਾ ਸਕਦੇ ਨੇ, ਜਦੋਂ ਕੋਈ ਨਵੀਂ ਪ੍ਰੋਡਕਟ ਹੈ ਤਾਂ ਕਸਟਮਰ ਦਾ ਰਿਸਪੌਂਸ ਟੈਸਟ ਕਰਨ ਦੇ ਲਈ ਉੱਥੇ ਜੋ ਹੈ ਇਮੀਡੀਏਟ ਉਸ ਨੂੰ ਦਿਖਾਇਆ ਜਾ ਸਕਦਾ ਹੈ ਅਤੇ ਕਸਟਮਰ ਨੂੰ ਪੁੱਛਿਆ ਜਾ ਸਕਦਾ ਹੈ ਕਿ ਇਸ ਪ੍ਰੋਡਕਟ ਵਿੱਚ ਤੁਹਾਨੂੰ ਕੀ ਪਸੰਦ ਆਇਆ, ਇਸ ਦੇ ਪ੍ਰਾਈਸ ਤੋਂ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ, ਕਿੰਨਾ ਕੁ ਪ੍ਰਾਈਸ ਇਸ ਦਾ ਜਾਇਜ਼ ਹੈ, ਅਤੇ ਪੈਕੇਜਿੰਗ ਕਿਹੋ ਜਿਹੀ ਇਹਦੀ, ਉਹ ਸਾਰਾ ਕਸਟਮਰ ਤੋਂ ਪੁੱਛ ਕੇ ਵੀ ਇਸ ਦਾ ਆਈਡੀਆ ਲਿਆ ਜਾ ਸਕਦਾ ਹੈ ਅਤੇ ਆਪਣੀ ਚੀਜ਼ ਨੂੰ ਉਸ ਹਿਸਾਬ ਨਾਲ ਇੰਪਰੂਵ ਕੀਤਾ ਜਾ ਸਕਦਾ ਹੈ। ਐਡਵਾਂਟੇਜਸ ਆਫ ਮਾਰਕੀਟ ਸਰਵੇ ਦੇ ਜੋ ਐਡਵਾਂਟੇਜ ਨੇ, ਆਪਾਂ ਹੁਣ ਤੱਕ ਜਿੰਨੇ ਵੀ ਆਪਾਂ ਡਿਸਕਸ਼ਨ ਕੀਤੀ ਹੈ ਇਸਦੇ ਬਹੁਤ ਐਡਵਾਂਟੇਜ ਨੇ, ਸਾਰਿਆਂ ਨੂੰ ਸਮਰਾਈਜ਼ ਕਰਦੇ ਹਾਂ। ਜੋ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਾਰਕੀਟ ਸਰਵੇ ਹੈ ਸਿੰਪਲ ਟੂ ਐਨਾਲਾਈਜ਼ ਹੈ ਐਂਡ ਇੰਟਰ ਰਿਲੇਟ ਦਾ ਡਾਟਾ ਓਬਟੇਨਡ ਬਾਏ ਮਾਰਕੀਟ ਸਰਵੇ ਨਾਲ ਜੋ ਡਾਟਾ ਸਾਨੂੰ ਮਿਲਦਾ ਹੈ ਉਸ ਨੂੰ ਅਸੀਂ ਇੰਟਰ ਰਿਲੇਟ ਕਰ ਸਕਦੇ ਹਾਂ ਅਤੇ ਸਿੰਪਲ ਹੈ ਇਸ ਨੂੰ ਐਨਾਲਾਈਜ਼ ਕਰਨਾ। It helps to evaluate success by comparing our growth with that of competitor. ਕੰਪੀਟੀਟਰ ਦੇ ਨਾਲ ਅਸੀਂ ਆਪਣਾ ਸਕਸੈਸ ਹੈ ਉਹ ਇਵੈਲੂਏਟ ਕਰ ਸਕਦੇ ਹਾਂ, ਕੰਪੇਅਰ ਕਰ ਸਕਦੇ ਹਾਂ। ਇਟ ਗਿਵ ਸਟਰੈਟਜਿਕ ਐਡਵਾਂਟੇਜ ਟੂ ਬਿਜ਼ਨਸ ਦੀ ਸਟਰੈਟਜੀ ਬਣਾਉਣ ਵਾਸਤੇ ਬਹੁਤ ਫਾਇਦੇਮੰਦ ਹੈ। ਹੈਲਪਸ ਟੂ ਸਟੱਡੀ ਦਾ ਮਾਰਕੀਟ ਟਰੈਂਡਸ ਐਂਡ ਸਜੈਸਟਸ ਇਫ ਐਨੀ ਚੇਂਜ ਇਜ਼ ਰਿਕੁਆਇਰਡ। ਮਾਰਕੀਟ ਦੇ ਟਰੈਂਡ ਮੁਤਾਬਕ ਕੋਈ ਚੇਂਜ ਚਾਹੀਦੀ ਹੈ ਉਸ ਦੇ ਬਾਰੇ ਸਾਨੂੰ ਦੱਸਦਾ ਹੈ। ਹੈਲਪ ਟੂ ਅਸੈਸ ਇਫੈਕਟਿਵਨੈਸ ਆਫ ਐਡਵਰਟਾਈਜ਼ਿੰਗ, ਜੋ ਅਸੀਂ ਐਡਵਰਟਾਈਜ਼ਿੰਗ ਕਰ ਰਹੇ ਹਾਂ ਉਹ ਕਿੰਨੀ ਕੁ ਇਫੈਕਟਿਵ ਹੈ, ਇਹ ਵੀ ਜੋ ਹੈ ਮਾਰਕੀਟ ਸਰਵੇ ਹੈ ਬਹੁਤ ਸਾਨੂੰ ਫਾਇਦਾ ਦਿੰਦਾ ਹੈ, ਇਹ ਦੱਸਦਾ ਹੈ। ਇਟ ਇਜ਼ ਹੈਲਪਫੁਲ ਇਨ ਇਵੈਲੂਏਟਿੰਗ ਸੈਲਿੰਗ ਮੈਥਡਸ। ਅਸੀਂ ਜੋ ਸੈਲਿੰਗ ਮੈਥਡ ਯੂਜ ਕਰ ਰਹੇ ਹਾਂ ਉਹਨਾਂ ਦੀ ਇਵੈਲੂਏਸ਼ਨ ਹੋ ਜਾਂਦੀ ਹੈ ਕਿ ਕਿੰਨੇ ਕੁ ਸਹੀ ਨੇ। ਇਟ ਰਿਵੀਲਸ ਦ ਕਾਜ਼ ਆਫ ਕੰਜ਼ਿਊਮਰ ਰੈਜ਼ਿਸਟੈਂਸ। ਜੇਕਰ ਕੋਈ ਕਸਟਮਰ ਸਾਡੀ ਚੀਜ਼ ਲੈਣ ਤੋਂ ਮਨ੍ਹਾ ਕਰ ਰਿਹਾ ਜਾਂ ਪਸੰਦ ਨਹੀਂ ਕਰ ਰਿਹਾ ਤਾਂ ਉਹ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਮਾਰਕੀਟ ਸਰਵੇ ਨਾਲ। ਸੋ ਮਾਰਕੀਟ ਸਰਵੇ ਬਹੁਤ ਜ਼ਰੂਰੀ ਜਿਹੜਾ ਹੈਗਾ ਪਾਰਟ ਹੈ ਮਾਰਕੀਟਿੰਗ ਐਂਡ ਸੇਲਸ ਦਾ, ਕਿਸੇ ਵੀ ਬਿਜ਼ਨਸ ਨੂੰ ਇਹ ਬਹੁਤ ਇੱਕ ਜ਼ਰੂਰੀ ਚੀਜ਼ ਹੈ। ਅੱਜ ਦਾ ਲੈਕਚਰ ਇੱਥੇ ਆਪਾਂ ਖ਼ਤਮ ਕਰਦੇ ਹਾਂ। ਇਸ ਦੇ ਨਾਲ ਹੀ ਆਪਣਾ ਜੋ ਮਾਰਕੀਟਿੰਗ ਐਂਡ ਸੇਲਸ ਮੈਨੇਜਮੈਂਟ ਹੈ ਇਹ ਟੌਪਿਕ ਵੀ ਪੂਰਾ ਹੁੰਦਾ। ਨੈਕਸਟ ਟੌਪਿਕ ਆਪਾਂ ਅਗਲੇ ਲੈਕਚਰ ਦੇ ਵਿੱਚ ਜੋ ਸ਼ੁਰੂ ਕਰਾਂਗੇ, ਫਾਈਨੈਂਸ਼ੀਅਲ ਮੈਨੇਜਮੈਂਟ। ਥੈਂਕ ਯੂ ਵੈਰੀ ਮੱਚ।